ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਜੀ ਆਇਆਂ ਮਨਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਸੱਸੀਏ ਬੇਖਬਰੇ ਤੇਰਾ ਲੁੱਟਿਆ ਸ਼ਹਿਰ ਪੰਬੋ। ਪੰਜਾਬੀ ਸਰਾਣੇ ਬਾਂਹ ਦੇ ਕੇ ਸੁੱਤੇ ਰਹੇ, ਜਿਹੜੇ ਕਸਟੋਡੀਅਨ ਬਣਾਏ ਉਹ ਧਾੜਵੀ ਬਣ ਗਏ, ਪਤਾ ਹੀ ਨਹੀਂ ਲੱਗਿਆ। ਆਹ ਜਿਹੜੀ ਬਿਜਲੀ ਬਾਲਦੇ ਆ ਇਹ ਸਾਡੀ ਬਿਨਾਂ ਬਿਜਲੀ ਆਇਆ ਵੀ ਮਹਿੰਗੀ ਸਾਨੂੰ ਪਈ ਜਾਂਦੀ, ਸਮਝ ਨਹੀਂ ਆਉਂਦੀ। ਇਹ ਪਾਵਰ ਪਰਚੇਜ ਐਗਰੀਮੈਂਟ ਕਦੋਂ ਸਫੈਦ ਹਾਥੀ ਬਣ ਗਏ, ਪਤਾ ਹੀ ਨਹੀਂ ਚੱਲਿਆ। ਅੱਜ ਜਦੋਂ ਰੋਨੇ ਆ ਨਾ ਤੇ ਕੋਈ ਸਾਡੇ ਅਥਰੂ ਨਹੀਂ ਭਜਾਉਂਦਾ। ਮਨਪ੍ਰੀਤ ਜੀ, ਹਾਲਾਤ ਇੰਜ ਬਣ ਗਏ, ਇੰਜ ਲੱਗਿਆ ਜਿਨ੍ਹਾਂ ਨੂੰ ਅਸੀਂ ਰਖਵਾਲੇ ਬਣਾਤਾ, ਜਿਨ੍ਹਾਂ ਨੂੰ ਵੱਡੇ ਵੱਡੇ ਖਿਤਾਬ ਬਖਸ਼ਤੇ, ਸਾਰੀ ਉਮਰ ਦੇਤੀ ਕਿ ਜਾਓ ਤੁਹਾਨੂੰ ਤਾਜ ਬਖਸ਼ੇ। ਉਹ ਜਾਂਦੇ ਜਾਂਦੇ ਸਾਡਾ ਕੱਖ ਨਾ ਛੱਡ ਕੇ ਗਏ। ਅਸੀਂ ਇਹ ਮਸਲਾ ਲਵਾਂਗੇ ਕਿ ਪੰਜਾਬੀ ਕਿੱਦਾਂ ਸਫੈਦ ਹਾਥੀ ਪਾਲਦੇ ਨੇ, ਜਿਹੜੇ ਥਰਮਲ ਪਲਾਂਟ ਨੇ ਸਾਡੇ, ਔਰ ਸਰਕਾਰਾਂ ਕਿੱਦਾਂ ਸੁੱਤੀਆਂ ਰਹੀਆਂ। ਕੈਪਟਨ ਸਾਹਿਬ 4.5 ਸਾਲ ਦੇ ਵਾਈਟ ਪੇਪਰ ਲਿਆਉਂਦੇ ਪਤਾ ਨਹੀਂ ਸਫੈਦ ਤੋਂ ਕਾਲੇ ਹੁੰਦੇ ਪਏ ਆ, ਤੇ ਅਗਲੇ ਬੰਨੇ ਤੁਰਦੇ ਆ ਤਾਂ ਉਹਨਾਂ ਨੂੰ ਆਪਣੇ ਘਰ ਵੀ ਸਾਹਮਣੇ ਔਖੇ ਆ। ਬਟਾਲੇ ਦੇ ਵਿੱਚ ਇੱਕ ਪੁਰਾਣਾ ਉਹਨਾਂ ਦਾ ਸਾਥੀ ਸੀ ਅਸ਼ਵਨੀ ਸੇਖੜੀ, ਔਰ ਬਟਾਲੇ ਦੇ ਵਿੱਚ ਹਿੰਦੂ ਚਿਹਰਾ, ਵੱਡਾ ਹਿੰਦੂ ਚਿਹਰਾ ਬੜੇ ਸਾਲਾਂ ਤੋਂ, ਔਰ ਕਾਂਗਰਸ ਹਾਈ ਕਮਾਨ ਚ ਵੀ ਉਹਦੀ ਬੜੀ ਪਹੁੰਚ ਸੀ, ਸੁਣਿਆ। ਤੇ ਕਦੇ ਤੂਤੀ ਬੋਲਦੀ ਸੀ ਜਿਨ੍ਹਾਂ ਦੀ, ਅੱਜ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ। ਕੈਪਟਨ ਦੇ ਸਾਥੀਆਂ ਨੇ ਖੂੰਜੇ ਲਾ ਛੜਿਆ, ਹੁਣ ਕੈਪਟਨ ਸਾਹਿਬ ਮਨਾਉਂਦੇ ਫਿਰਦੇ ਆ। ਇੱਥੇ ਵੀ ਗੱਲ ਕਰਾਂਗੇ। ਤੇ ਇਦਾਂ ਦੇ 2-3 ਹੋਰ ਵੱਡੇ ਕਾਂਗਰਸੀ ਵੀ ਕਹਿੰਦੇ ਉਹ ਗਏ ਵਾਲੀ ਸਥਿਤੀ ਚ ਹੈ। ਤੇ ਤੀਜੇ ਬੰਨੇ ਬਸਪਾ ਸੁਪਰੀਮੋ ਨੇ ਹੁਕਮ ਲਾਤਾ, ਬਗਾਵਤ ਦਾ ਕੋਈ ਸਥਾਨ ਨਹੀਂ, ਵਿਰੋਧ ਲਈ ਕੋਈ ਜਗ੍ਹਾ ਨਹੀਂ, ਆਉਣਾ ਤਾਂ ਏਦਾਂ ਹੀ ਆਓ, ਨਹੀਂ ਤਾਂ ਬਾਹਰ ਨੂੰ ਜਾਓ। ਮਨਪ੍ਰੀਤ ਜੀ, ਕੀ ਕਹਿੰਦੇ ਹੋ? ਪੰਜਾਬ ਬਲਿਆ ਪਿਆ ਕਿਉਂਕਿ ਮੌਸਮ ਸਦਾ ਇਹਨਾਂ ਦਿਨਾਂ 'ਚ ਅੱਗੇ ਨਾਲੋਂ ਤਲਖ ਤੇ ਗਰਮ ਹੋ ਜਾਂਦਾ। ਕੁਝ ਨਾ ਕੁਝ ਅਸੀਂ 1-ਅੱਧ ਪੁਆਇੰਟ ਉੱਪਰ ਸੈਲਸੀਅਸ ਕੇ ਡਿਗਰੀ ਵਧਾ ਲੈਂਦੇ ਆ, ਲੇਕਿਨ ਦੂਜੇ ਬੰਨੇ ਨਾਲ ਹੀ ਬਿੱਲ ਵੱਧ ਜਾਂਦਾ। ਲੋਕ ਜਦੋਂ ਵੀ ਸਵਾਲ ਕਰਦੇ ਆ, ਅੱਗੋਂ ਜਵਾਬ ਹੀ ਨਹੀਂ ਆਉਂਦਾ। ਇਹ ਪਾਵਰ ਪਰਚੇਜ ਐਗਰੀਮੈਂਟ ਸਾਡੇ ਲਈ ਜਾਨ ਦਾ ਖੌਅ ਬਣ ਗਏ। ਜਰਾ ਡਿਟੇਲ ਦੱਸਿਓ। ਇਹਦੇ ਤੇ ਵੀ ਰਾਜਨੀਤੀ ਵੱਡੀ ਹੋਣ ਲੱਗੀ ਆ। ਸੁਣਿਆ ਕੈਪਟਨ ਦੀ ਸਾਹ ਸੌਖੇ ਹੋਣ ਦੀ ਉਮੀਦ ਹੁਣ ਘੱਟ ਹੈ। ਰੰਧਾਵਾ ਜੀ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿਹੜੇ ਪਾਵਰ ਪਰਚੇਜ ਐਗਰੀਮੈਂਟਸ ਆ, ਇਹਨਾਂ ਉੱਤੇ ਕਿੰਤੂ ਪਰੰਤੂ ਸ਼ੁਰੂ ਤੋਂ ਹੀ ਹੋ ਰਹੇ ਆ। ਤੇ ਸ਼ੁਰੂ ਤੋਂ ਜਿਹੜੀ ਕਾਂਗਰਸ ਪਾਰਟੀ ਹੈ, ਸੱਤਾ ਤੋਂ ਆਉਣ ਤੋਂ ਪਹਿਲਾਂ ਵੀ ਕਹਿੰਦੇ ਸੀ, ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠਦੀਆਂ ਸੀ ਕਿ ਜਿਹੜੇ ਪਾਵਰ ਪਰਚੇਜ ਐਗਰੀਮੈਂਟਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਕੀਤੇ ਆ, ਅਸੀਂ ਇਹਨਾਂ ਨੂੰ ਆ ਕੇ ਰਿਵਿਊ ਕਰਾਂਗੇ, ਦੁਬਾਰਾ ਇਹਨਾਂ ਤੇ ਝਾਤ ਮਾਰਾਂਗੇ, ਤੇ ਜੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਉਣਤਾਈਆਂ ਜਾਂ ਕਮੀਆਂ ਪਾਈਆਂ ਗਈਆਂ, ਉਹਨਾਂ ਨੂੰ ਦਰੁਸਤ ਕਰਾਂਗੇ। ਦਰੁਸਤ ਕਰਨ ਦੀ ਤਾਂ ਕੀ ਗੱਲ ਸੀ। ਅੱਜ ਇਹ ਹਾਲਾਤ ਬਣ ਗਏ ਨੇ ਕਿ ਝੋਨਾ, ਜਿਸ ਨੂੰ 2 ਮਹੀਨੇ ਲਗਾਤਾਰ ਪਾਣੀ ਦੇਣ ਲਈ ਬਿਜਲੀ ਚਾਹੀਦੀ ਆ, ਉਹ ਵੀ ਪੂਰੀ ਨਹੀਂ ਹੋ ਰਹੀ। ਇਹ ਗੱਲ ਤੁਹਾਨੂੰ ਪਤਾ ਹੀ ਆ, ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕਹਿਣ ਤੇ ਕਿ ਝੋਨੇ ਨੂੰ ਲਗਾਤਾਰ 8 ਘੰਟੇ ਤੁਸੀਂ ਝੋਨੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਦਿਓ, ਉਹਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਪਾ ਰਹੀ। ਉਹਦੇ ਕਾਰਨ ਕਈ ਨੇ। ਪਹਿਲਾਂ ਤਾਂ ਮੈਂ ਆਵਾਂ ਕਿ ਜਿਹੜੇ ਇਹ ਪਾਵਰ ਪਰਚੇਜ ਐਗਰੀਮੈਂਟਸ ਆ, ਇਹ ਹੋਏ ਕਦੋਂ ਨੇ? ਤੁਸੀਂ ਦੇਖੋ, ਸਨ 2008 ਤੋਂ ਸਨ 2010 ਦੇ ਦਰਮਿਆਨ ਇਹ ਸਾਰੇ ਪਾਵਰ ਪਰਚੇਜ ਐਗਰੀਮੈਂਟਸ ਹੋਏ ਨੇ, ਔਰ ਤੁਸੀਂ ਇਹਦੇ ਵਿੱਚ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਲੌਜ਼ਸ ਨੇ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਪੁਆਇੰਟਸ ਆ, ਜਿਸ ਕਰਕੇ ਸਰਕਾਰ ਉਹਨਾਂ ਦਾ ਕੁਝ ਵਿਗਾੜ ਹੀ ਨਹੀਂ ਸਕਦੀ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਇਹੋ ਜਿਹੇ ਕਲੌਜ਼ਸ ਆ ਕਿ ਜੇ ਉਹ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਬਿਜਲੀ ਸਪਲਾਈ ਨਾ ਵੀ ਕਰਨ, ਮੰਨ ਲਓ ਉਹਨਾਂ ਦਾ 1-ਅੱਧਾ ਯੂਨਿਟ ਬੰਦ ਪਿਆ ਹੋਵੇ, ਤਾਂ ਵੀ ਪੰਜਾਬ ਸਰਕਾਰ ਨੂੰ, ਇਸ ਪਾਵਰਕਾਮ ਨੂੰ ਪੈਸੇ, ਇਹਨਾਂ ਜਿਹੜੇ ਪਲਾਂਟਸ ਨੇ, ਥਰਮਲ ਪਲਾਂਟਸ, ਇਹਨਾਂ ਨੂੰ ਪੈਸੇ ਦੇਣੇ ਹੀ ਪੈਣੇ ਆ। ਮਨਪ੍ਰੀਤ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹ ਚ ਮੈਂ ਸ਼ਾਮਲ ਕਰਦੇ ਹਾਂ, ਤੁਹਾਡੀ ਗੱਲ ਉੱਥੋਂ ਤੁਰੂ ਤੇ ਜ਼ਿਆਦਾ ਵਧੀਆ ਰਹੂ। ਜਦੋਂ ਪ੍ਰਸਤਾਵ ਆਇਆ ਸੀ ਕਿ ਪੰਜਾਬ ਨੂੰ ਬਿਜਲੀ ਚਾਹੀਦੀ ਆ, ਤੇ ਉਦੋਂ ਅੰਦਾਜ਼ਾ ਲਾਇਆ ਗਿਆ ਕਿ 2000 ਮੈਗਾਵਾਟ ਰਿਕੁਆਇਰਡ ਆ। ਉਦੋਂ ਇਹ ਕਿਹਾ ਗਿਆ ਕਿ 2000 ਮੈਗਾਵਾਟ ਦੇ ਪ੍ਰੋਜੈਕਟ ਲੱਗਣ ਤੇ ਸਾਡਾ ਸਰ ਜਾਂਦਾ ਹੈ। ਲੇਕਿਨ ਜਦੋਂ ਸੌਦੇ ਹੋਏ, ਐਗਰੀਮੈਂਟ ਹੋਏ, ਉਦੋਂ ਅਸੀਂ ਲਗਭਗ 4000 ਮੈਗਾਵਾਟ ਤੱਕ ਪਹੁੰਚ ਗਏ। 3920 ਦਾ ਜ਼ਿਕਰ ਆਉਂਦਾ, ਸ਼ਾਇਦ ਮੈਂ ਜੇ ਗਲਤ ਨਹੀਂ ਹਾਂ। ਪਹਿਲਾਂ ਹੀ ਇਹ ਸੋਚ ਲਿਆ ਕਿ ਬਿਜ਼ਨਸ ਕਰਨਾ ਹੈ ਤਾਂ ਏਦਾਂ ਕਰੀਏ, ਕਿਉਂਕਿ ਜਦੋਂ ਲੋਕਾਂ ਦੇ ਸਿਰ ਸੀ ਮੁੰਨਣੇ ਤੇ ਕੀ ਫਰਕ ਪੈਂਦਾ ਸੀਗਾ। 4000 ਮੈਗਾਵਾਟ ਪੈਦਾ ਕਰ ਲਈ, ਜਿਹਦੀ ਜ਼ਰੂਰਤ ਨਹੀਂ ਸੀ। ਜ਼ਰੂਰਤ ਸੀ ਪੀਕ ਸੀਜ਼ਨ ਚ, ਇਹਨਾਂ ਦਿਨਾਂ ਚ, ਪੀਕ ਸੀਜ਼ਨ ਚ। ਲੇਕਿਨ ਉੱਥੇ ਤਾਂ ਕਲੌਜ ਪਾਈ ਨਾ ਕਿ ਇਹਨਾਂ ਦਿਨਾਂ ਚ ਤਾਂ ਚੱਲਣੇ ਹੀ ਚਾਹੀਦੇ ਆ, ਜੇ ਨਹੀਂ ਚਲਾਓਗੇ ਤੇ ਇੰਨੀ ਪੈਨਲਟੀ ਲਾਵਾਂਗੇ। ਇਹ ਬੜਾ ਵੱਡਾ ਸਵਾਲ ਆ। ਇਹਨਾਂ ਦਿਨਾਂ ਚ ਅਗਲੇ ਬੰਦ ਕਰਕੇ ਬਹਿ ਜਾਂਦੇ, ਤੁਸੀਂ ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦੇ। ਹੁਣ ਮੈਨੂੰ ਦੱਸੋ ਅਸਲੀ ਮਸਲਾ।
ਤੁਹਾਡੀ ਗੱਲ ਬਿਲਕੁਲ ਠੀਕ ਆ। 3920 3920 ਮੈਗਾਵਾਟ ਦੀ ਇਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਹੁਣ ਸਪਲਾਈ ਇਹਨਾਂ 3 ਥਰਮਲ ਪਲਾਂਟਸ ਕਰਕੇ, ਖਾਸ ਤੌਰ ਤੇ ਤਲਵੰਡੀ ਸਾਬੋ, ਰਾਜਪੁਰਾ ਜੀ। ਤੇ ਗੋਇੰਦਵਾਲ ਸਾਹਿਬ, ਇਹਨਾਂ ਹੂੰ। ਕਰਕੇ ਸਾਡੇ ਕੋਲ ਹੋਏਗੀ। ਇਸੇ ਕਰਕੇ ਇਹਨਾਂ ਨਾਲ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਸੀ। ਹੁਣ ਜਿਹੜੀ ਤੁਸੀਂ ਕਹਿੰਦੇ ਹੋ ਕਿ 8 ਘੰਟੇ ਦੀ ਲਗਾਤਾਰ ਉਹਨਾਂ ਨੂੰ ਦੇਣੀ, ਔਰ ਤੁਹਾਨੂੰ ਯਾਦ ਇਹ ਵੀ ਹੋਣਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਸੀ, ਡਿਪਟੀ ਚੀਫ ਮਿਨਿਸਟਰ, ਉਹਨਾਂ ਨੇ ਇਹ ਬਹੁਤ ਜ਼ੋਰ ਦੇ ਕੇ ਗੱਲ ਕਹੀ ਸੀ ਔਰ ਲੋਕਾਂ ਤੱਕ ਪਹੁੰਚਾਈ ਸੀ, ਔਰ ਇਹਦਾ ਪ੍ਰਚਾਰ ਬਹੁਤ ਜ਼ੋਰ ਸ਼ੋਰ ਨਾਲ ਕੀਤਾ ਸੀ ਕਿ ਅਸੀਂ ਬਿਜਲੀ ਸਰਪਲਸ ਹੋ ਗਏ ਆ, ਇਲੈਕਟ੍ਰਿਸਿਟੀ ਪੰਜਾਬ ਜਿਹੜਾ ਉਹ ਸੂਬਾ ਪਾਵਰ ਸਰਪਲਸ ਹੋ ਗਿਆ। ਲੇਕਿਨ ਜੀ। ਅੱਜ ਵੀ ਤੁਹਾਨੂੰ ਪਤਾ ਕਿਸ ਜਿਹੜੇ ਇੰਤਹਾ ਜਿਹੜੇ ਕੱਟ ਲੱਗ ਰਹੇ ਨੇ, ਬਿਜਲੀ ਦੇ ਹੂੰ। ਵਿੱਚ ਕਟੌਤੀਆਂ ਹੋ ਰਹੀਆਂ ਨੇ, ਲੋਕਾਂ ਨੂੰ ਸਿੱਧੀਆਂ ਬਿਜਲੀਆਂ ਨਹੀਂ ਮਿਲ ਰਹੀਆਂ। ਚਲੋ ਲੋਕਾਂ ਨੂੰ ਡੋਮੈਸਟਿਕ ਦਾ ਛੱਡੋ, ਇੰਡਸਟਰੀ ਜੀ। ਨੂੰ ਚੰਗੀ ਤਰ੍ਹਾਂ ਬਿਜਲੀ ਨਹੀਂ ਮਿਲ ਰਹੀ, ਤੇ ਨਾਲ ਦੀ ਨਾਲ ਜਿਹੜੇ ਕਿਸਾਨ ਆ, ਜਿਹੜੇ ਉਹਨਾਂ ਨੂੰ 2 ਮਹੀਨੇ ਲਗਾਤਾਰ 8 ਘੰਟੇ ਬਿਜਲੀ ਰੋਜ਼ ਦੀ ਚਾਹੀਦੀ, ਉਹ ਨਹੀਂ ਮਿਲ ਰਹੀ। ਖੈਰ, ਹੂੰ। ਇਹਦੇ ਤੇ ਆਪਾਂ ਆਵਾਂਗੇ। ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਇਹਦੇ ਵਿੱਚ ਜਿਹੜੇ ਕਿਹੜੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਡਰਕੋਨੀਅਨ, ਬਹੁਤ ਹੂੰ। ਮਾੜੇ ਜਿਹੜੇ ਕਲੌਜ਼ਸ, ਉਹ ਇਹ ਆ। ਤੁਸੀਂ ਦੇਖੋ 18,850 ਕਰੋੜ ਇਹਨਾਂ ਨੂੰ ਦਿੱਤੇ ਜਾ ਚੁੱਕੇ ਆ। ਲਗਭਗ 5900 ਕਰੋੜ, 6,000 ਕਰੋੜ ਦੇ ਕਰੀਬ ਪੈਸਾ ਇਸ ਕਰਕੇ ਵੀ ਦੇਣਾ ਪੈ ਰਿਹਾ, ਚਾਹੇ ਉਹ ਬਿਜਲੀ ਦੇਣ ਜਾਂ ਨਾ ਦੇਣ। ਅੱਛਾ, ਇਹਦੇ ਚ ਅਗਲੇ ਤੁਸੀਂ ਦੇਖ ਲਓ, ਕਲੌਜ਼ ਦੇਖ ਲਓ, ਉਹਦੇ ਚ ਇਹ ਆ ਕਿ ਜੇ ਇਹਨਾਂ ਦਾ ਕੋਈ ਯੂਨਿਟ, ਪਹਿਲਾਂ ਤਾਂ ਆਪਾਂ ਆਈਏ ਤਲਵੰਡੀ ਸਾਬੋ ਦਾ, ਇੱਕ ਹੂੰ। ਯੂਨਿਟ ਜੇ ਬੰਦ ਵੀ ਪਿਆ, ਮੰਨ ਲਓ 273 ਦਿਨ ਬੰਦ ਰਹਿੰਦਾ, ਤਾਂ ਇਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜੇ ਬਾਕੀ 2 ਯੂਨਿਟਸ ਨੇ, ਜਿਹੜੇ ਥਰਮਲ ਪਲਾਂਟਸ ਨੇ, ਹੂੰ। ਜਿਵੇਂ ਕਿ ਜਿਹੜਾ ਰਾਜਪੁਰਾ ਹੋਇਆ, ਗੋਇੰਦਵਾਲ ਸਾਹਿਬ, ਉਹ ਜੇ 182 ਦਿਨ ਵੀ ਬੰਦ ਰਹਿੰਦੇ ਨੇ, ਠੀਕ ਹੈ ਜੀ। ਜੀ, ਤੁਸੀਂ ਰੰਧਾਵਾ ਜੀ ਜਾਣਦੇ, ਤਾਂ ਵੀ ਆਪਾਂ ਉਹਨਾਂ ਦਾ, ਯਾਨੀ ਕਿ ਸਰਕਾਰ ਉਹਨਾਂ ਦਾ ਕੱਖ ਨਹੀਂ ਕਰ ਸਕਦੀ। ਜੇ ਸਾਲ ਦੇ ਵਿੱਚ, ਆਪਾਂ, ਮੈਂ ਸੌਖੇ ਸ਼ਬਦਾਂ ਚ ਸਮਝਾਦਾ, ਸਾਲ ਦੇ ਵਿੱਚ ਜੇ ਤਲਵੰਡੀ ਸਾਬੋ ਦਾ ਇੱਕ ਯੂਨਿਟ ਥਰਮਲ ਪਲਾਂਟ ਦਾ 71 ਦਿਨ ਬੰਦ ਰਹਿੰਦਾ 365 ਦਿਨਾਂ ਦੇ ਵਿੱਚੋਂ, ਤੇ ਇਸੇ ਤਰ੍ਹਾਂ ਰਾਜਪੁਰਾ ਤੇ ਜਿਹੜਾ ਗੋਇੰਦਵਾਲ ਸਾਹਿਬ ਦਾ 55 ਦਿਨ ਤੋਂ ਲੈ ਕੇ, ਯਾਨੀ ਕਿ 2 ਮਹੀਨੇ ਤੱਕ ਬੰਦ ਰਹਿੰਦਾ, ਸਰਕਾਰ ਉਹਨਾਂ ਨੂੰ ਕੋਈ ਪੈਨਲਟੀ ਨਹੀਂ ਲਾ ਸਕਦੀ, ਕੋਈ ਜੁਰਮਾਨਾ ਜੀ। ਨਹੀਂ ਲਾ ਸਕਦੀ। ਮੇਰਾ ਹੂੰ। ਕਹਿਣ ਦਾ ਮਤਲਬ ਆ, ਪਾਵਰ ਪਰਚੇਜ਼ ਐਗਰੀਮੈਂਟ ਤੁਸੀਂ ਕਿਹਨਾਂ ਲਈ ਕਰਦੇ ਹੋ? ਤੁਸੀਂ ਹੂੰ। ਲੋਕਾਂ ਲਈ ਕਰਦੇ ਹੋ, ਲੋਕਾਂ ਦੀ ਭਲਾਈ ਲਈ ਕਰਦੇ ਹੋ, ਤਾਂ ਕਿ ਉਹਨਾਂ ਨੂੰ ਪੂਰੀ ਬਿਜਲੀ ਮਿਲੇ। ਇਸੇ ਕਰਕੇ ਇਹਨਾਂ ਤੇ ਕਿੰਤੂ ਪਰੰਤੂ ਰੰਧਾਵਾ ਜੀ ਹੋ ਰਹੇ ਨੇ, ਲੇਕਿਨ ਸਵਾਲ ਪੈਦਾ ਹੋ ਰਹੇ ਬੰਦ ਨੇ। ਲੇਕਿਨ ਜੇ ਬੰਦ ਰਹਿਣ ਵੀ ਸਾਨੂੰ ਪੈਸੇ ਦੇਣੇ ਹੀ ਪੈਣੇ ਆ। ਜਿਵੇਂ ਤੁਸੀਂ ਜੀ, ਦੱਸਿਆ ਕਿ ਅਸੀਂ 20,000 ਕਰੋੜ ਆਲਰੇਡੀ ਦੇ ਚੁੱਕੇ ਆ, 6,000 ਕਰੋੜ ਉਹ ਆ ਜਿਹੜਾ ਬਿਨਾਂ ਵਰਤਿਆਂ ਦਿੱਤਾ ਗਿਆ। ਸ਼ਾਇਦ ਇਹਦੇ ਵਿੱਚ ਇਹੀ ਤੁਸੀਂ ਕਹਿ ਰਹੇ ਹੋ ਨਾ ਕਿ ਬਿਲਕੁਲ ਬਿਲਕੁਲ ਠੀਕ ਹੈ ਰੰਧਾਵਾ 900 ਜੀ। ਕੁਝ ਕਰੋੜ ਜਿਹੜਾ ਅਸੀਂ ਉਹਨਾਂ ਨੂੰ ਬੰਦ ਪਿਆ ਨੂੰ ਦਿੱਤਾ, ਤੇ ਜਿਹੜਾ ਹੂੰ। ਬਾਕੀ ਹੈਗਾ ਉਹ ਅਸੀਂ ਉਹਨਾਂ ਨੂੰ ਆਲਰੇਡੀ ਪੇ ਕਰ ਚੁੱਕੇ ਆ। ਜੀ ਜੀ। ਔਰ ਤੁਸੀਂ ਦੇਖੋ ਰੰਧਾਵਾ ਜੀ, ਤੁਸੀਂ ਬੜੀ ਗੱਲ ਕਹੀ ਹੈ। ਇਸ ਟਾਈਮ ਜਿਹੜੀ ਕੈਪਟਨ ਅਮਰਿੰਦਰ ਸਿੰਘ, ਉਹ ਬੜੇ ਕੜਿੱਕੀ ਚ ਫਸੇ ਆ। ਇੱਕ ਜੀ। ਪਾਸੇ ਤਾਂ ਉਹਨਾਂ ਨੂੰ 18-29 ਪ੍ਰੋਗਰਾਮ ਦੇ ਵਿੱਚ 200 ਯੂਨਿਟ ਦੇਣੇ ਆ, ਸਾਰੇ ਜਿਹੜੇ ਸ਼ਹਿਰੀ ਰਹਿੰਦੇ ਲੋਕ ਆ, ਜਿਹੜੇ ਸ਼ਹਿਰਾਂ ਚ ਹੂੰ। ਰਹਿੰਦੇ ਆ, ਉਹਨਾਂ ਨੂੰ 200 ਯੂਨਿਟ ਦੇਣ ਦਾ ਫਰਮਾਨ ਜਾਰੀ ਹੋ ਗਿਆ ਜੀ। ਹਾਈ ਕਮਾਂਡ ਵੱਲੋਂ। ਜੇ ਹੂੰ। ਤੁਸੀਂ ਉਸ ਦਾ ਵੀ ਲਾਇਆ ਜਾਵੇ ਹਿਸਾਬ ਕਿਤਾਬ, ਤੇ ਉਹ ਲਗਭਗ ਸਰਕਾਰ ਦਾ ਕਹਿਣਾ ਕਿ 5,000 ਕਰੋੜ ਦਾ ਵਾਧੂ ਬੋਝ ਜਿਹੜਾ ਹੈ ਉਹ ਸਰਕਾਰ ਤੇ ਪਏਗਾ। ਇੱਕ ਪਾਸੇ ਤਾਂ ਇਹ ਆ, ਦੂਸਰੇ ਪਾਸੇ ਬਿਜਲੀ ਹੈ ਨਹੀਂ, ਕਿਸਾਨਾਂ ਜੀ। ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ, ਇੰਡਸਟਰੀ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ। ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਨੇ 500 ਕਰੋੜ ਰੁਪਇਆ ਜਾਰੀ ਕੀਤਾ ਇਹਨਾਂ ਨੂੰ, ਤਾਂ ਕਿ ਜੀ। ਕਮ ਸੇ ਕਮ ਉਹ ਪਤਾ ਇਹ ਲੱਗਾ ਕਿ ਇਹ ਕੋਲਾ ਖਰੀਦ ਰਹੇ ਆ। ਹੁਣ ਉਹਨਾਂ ਨੇ ਹੂੰ। ਐਗਰੀਮੈਂਟ ਵੱਖਰੇ ਕੀਤੇ, ਸੋ ਮਨਮਾਨੀ ਕਰ ਰਹੇ ਨੇ। ਇਹ ਜਿਹੜਾ ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਸਾਰਾ ਕੁਝ ਦੇ ਦੇਣਾ, ਆਪਣੇ ਹੱਥ ਵੱਢ ਕੇ ਦੇਤੇ ਜਿਹੜੇ ਇਹਨਾਂ ਨੇ, ਪੰਜਾਬ ਸਰਕਾਰ ਨੇ। ਇੱਥੋਂ ਆਪਾਂ ਨੂੰ ਪਤਾ ਲੱਗਦਾ ਰੰਧਾਵਾ ਜੀ ਕਿ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਉਣਤਾਈਆਂ ਹੋਈਆਂ, ਕਿਸ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ, ਜਿਨ੍ਹਾਂ ਨੂੰ ਕਦੇ ਦੂਰ ਨਹੀਂ ਕੀਤਾ ਗਿਆ। ਔਰ ਤੁਸੀਂ ਇਹ ਚੀਜ਼ ਦੇਖੋ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸਥਿਤੀ ਆ ਹੋਰ ਵੀ ਭਿਆਨਕ ਹੋਊਗੀ। ਇਹ ਵਾਈਟ ਪੇਪਰ ਤੱਕ ਹੀ, ਇਹ ਕੁਝ ਵੀ ਇਹਨਾਂ ਦਾ ਦੁਬਾਰਾ ਰਿਵਿਊ ਵੀ ਨਹੀਂ ਹਜੇ ਤੱਕ ਹੋਇਆ। ਸੋ ਨਹੀਂ ਕਦੋਂ ਨਹੀਂ, ਰਿਵਿਊ ਹੋਏਗਾ? ਕੀ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਕੀ ਰਿਵਿਊ ਦੀ ਕੋਈ ਕਲੌਜ ਰੱਖੀ ਆ ਕਿ ਇਹਨਾਂ ਨੂੰ ਮੁੜ ਕੇ ਨਵਿਆਉਣਾ ਲੱਗਿਆ, ਜਾਂ ਇਹਨੂੰ ਅਦਰਵਾਈਜ਼ ਜੇ ਕਿਤੇ ਕੋਈ ਸ਼ੱਕ ਸ਼ੁਬਾ ਸੰਦੇਹ ਆਵੇ ਤੇ ਇਹਨਾਂ ਦੇ ਉੱਤੇ ਨਜ਼ਰਸਾਨੀ ਕੀਤੀ ਜਾ ਸਕੇ? ਕੋਈ ਇਸ ਤਰ੍ਹਾਂ ਦੀ ਕਲੌਜ, ਕੋਈ ਇਸ ਤਰ੍ਹਾਂ ਦੀ ਮੱਦ ਹੈਗੀ ਵਿੱਚ, ਜੇ ਪੜਿਆ ਤੁਸੀਂ ਤਾਂ? ਬਿਲਕੁਲ ਬਿਲਕੁਲ ਹੈਗੀ ਹੈ ਜੀ, ਇਹ ਚ ਰਿਵਿਊ ਕਰਨ ਦੀ ਕਲੌਜ਼ ਹੈਗੀ ਆ, ਪਰ ਉਸ ਦੇ ਉੱਤੇ ਜਿਹੜੇ ਓਵਰਰਾਈਡਿੰਗ ਕਲੌਜ਼ਸ ਇੰਨੇ ਨੇ ਕਿ ਮੰਨ ਲਓ ਇੱਕ ਕਲੌਜ਼ ਇਹ ਆ ਕਿ ਆਪਾਂ ਇਹਨੂੰ ਹੂੰ। ਦੁਬਾਰਾ ਵਿਚਾਰਾਂਗੇ, ਪਰ ਜੀ। ਉਹਦੀਆਂ ਕੰਡੀਸ਼ਨਸ ਹੀ ਇੰਨੀਆਂ ਸਖਤ ਆ ਕਿ ਕਿੰਨਾ ਕੰਡੀਸ਼ਨਸ ਦੇ ਵਿੱਚ ਉਹਨਾਂ ਨੂੰ ਵਿਚਾਰਿਆ ਜਾ ਸਕਦਾ। ਬੇਸਿਕਲੀ ਤਾਂ ਇਹ ਹੈ ਜੀ ਰੰਧਾਵਾ ਜੀ ਕਿ ਹੂੰ। ਇਹਨਾਂ ਕਾਰਪੋਰੇਟਸ ਨੂੰ, ਜਾਂ ਜਿਹੜੀਆਂ ਕੰਪਨੀਆਂ ਆਈਆਂ, ਉਹਨਾਂ ਨੂੰ ਇੰਨੀ ਖੁੱਲੀ ਛੁੱਟ ਦਿੱਤੀ ਆ ਇਹਨਾਂ ਜੀ। ਅਗਰੀਮੈਂਟਸ ਦੇ ਵਿੱਚ ਕਿ ਤੁਸੀਂ ਇਹਨਾਂ ਦਾ ਕੁਝ ਵਿਗਾੜ ਹੀ ਨਹੀਂ ਸਕਦੇ। ਇਸੇ ਹੂੰ। ਕਰਕੇ ਹੁਣ ਜਦੋਂ ਇਹ ਕਹਿੰਦੇ ਆ ਕਿ ਅਸੀਂ ਇਹ ਦੁਬਾਰਾ ਵਿਚਾਰਾਂਗੇ, ਇਹ ਹੂੰ। ਵਿਚਾਰਨ ਦੀ ਸਥਿਤੀ ਆਉਣ ਦੇ ਵਿੱਚ ਵੀ ਬਹੁਤ ਸਮਾਂ, ਔਰ ਜਿਸ ਹਿਸਾਬ ਨਾਲ 6 ਮਹੀਨੇ ਰਹਿ ਗਏ, ਔਰ ਮੈਂ ਤੁਹਾਨੂੰ ਦੱਸਿਆ ਕਿ 200 ਯੂਨਿਟ ਵੀ ਇਹਨਾਂ ਨੂੰ ਦੇਣੇ ਪੈਣੇ ਆ, ਉਹ ਪਤਾ ਨਹੀਂ ਹਜੇ ਕੀ ਉਹਦਾ ਕੀ ਕਰ ਪਾਉਣਗੇ, ਕਿਉਂਕਿ ਹੁਣ ਤੋਂ ਹੀ ਆਵਾਜ਼ਾਂ ਆਉਣ ਲੱਗ ਗਈਆਂ ਕਿ ਦੇਖੋ ਜੀ,
ਇਹ ਤਾਂ ਲੀਗਲੀ ਜਿਹੜਾ ਹੈ ਕਾਨੂੰਨੀ ਤੌਰ ਤੇ ਇਹ ਤਾਂ ਆਪਾਂ ਕਰ ਹੀ ਨਹੀਂ ਸਕਦੇ, ਜਾਂ ਸਾਡੇ ਕੋਲ ਪਹਿਲਾਂ ਹੀ ਫਾਈਨੈਂਸ਼ੀਅਲ ਕਰੰਚ ਜਿਸ ਨੂੰ ਕਹਿੰਦੇ ਆ ਕਿ ਸਾਡੀ ਆਰਥਿਕ ਹਾਲਤ ਇੰਨੀ ਮਾੜੀ ਆ। ਇਹ ਸਾਰੀਆਂ ਗੱਲਾਂ ਬਹਾਨੇ ਲਾ ਕੇ ਫਲਾਈਆਂ ਜਾ ਰਹੀਆਂ, ਕਿਉਂਕਿ ਕਿਤੇ ਨਾ ਕਿਤੇ ਇਹ ਦੁਬਾਰਾ ਉਹਨਾਂ ਨੂੰ ਰਿਵਿਊ ਕਰਨ ਦੇ ਨਾ ਤਾਂ ਹੱਕ 'ਚ ਆ ਤੇ ਨਾ ਹੀ ਇਹਨਾਂ ਦੀ ਕੋਈ ਮਨਸ਼ਾ ਲੱਗ ਰਹੀ ਆ। ਇਸੇ ਕਰਕੇ ਅਸੀਂ ਇਹਨਾਂ ਦੇ ਇੱਕ ਤਰ੍ਹਾਂ ਦੀ ਸਰਕਾਰ, ਜੇ ਦੇਖੋ ਇਹਨਾਂ ਪਾਵਰ ਕੰਪਨੀਆਂ ਦੀ ਗੁਲਾਮ ਬਣ ਕੇ ਰਹਿ ਗਈ ਆ। ਜੀ, ਮੈਂ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਬਿਆਨਾਂ ਵੱਲ ਤੁਹਾਡੀ ਤਵੱਜੋ ਦਿਵਾਉਣਾ ਚਾਹੂੰਗਾ ਦੋਸਤੋ, ਜਦੋਂ ਉਹ ਕਹਿੰਦੇ ਸੀ ਅਸੀਂ ਸਰਪਲਸ ਸਟੇਟ ਹੈ ਬਿਜਲੀ ਪੱਖੋਂ, ਅਸੀਂ ਪਾਕਿਸਤਾਨ ਨੂੰ ਵੇਚਿਆ ਕਰਨੀ। ਸੁਣਿਆ ਭਾਰਤ ਸਰਕਾਰ ਨੂੰ ਕੋਈ ਚਿੱਠੀ ਵੀ ਲਿਖੀ ਕਿ ਸਾਨੂੰ ਆਗਿਆ ਦੇ ਦਿਓ, ਅਸੀਂ ਉਹਨਾਂ ਨੂੰ ਬਿਜਲੀ ਵੇਚਣੀ ਆ। ਹੁਣ ਸਵਾਲ ਹੈ ਕਿ ਇਹ ਹਰੀਏ ਤੋਂ ਹੌਂਕਦੇ ਜਦੋਂ ਆਉਂਦੇ ਨੇ ਇੰਜਣ ਕੋਲੇ ਵਾਲੇ, ਕੋਲੇ ਦੀਆਂ ਖਾਣਾਂ ਦੇ ਵੀ ਮਸਲੇ ਆ ਕਿ ਸਾਨੂੰ ਅਲਾਟ ਕਿਹੜੀ ਹੋਈ, ਅਸੀਂ ਲੈ ਕਿੱਥੋਂ ਰਹੇ ਆ, ਸਾਡੇ ਖਰਚੇ ਕਿਵੇਂ ਵਧੇ, ਸਾਨੂੰ ਲੁੱਟਿਆ ਲਤਾੜਿਆ ਕਿਵੇਂ ਗਿਆ। ਵਪਾਰੀ ਤਾਂ ਆਉਂਦਾ ਹੀ ਮੁਨਾਫੇ ਲਈ ਆ, ਪ੍ਰੋਫਿਟ ਲਈ ਆਉਂਦਾ ਹੈ, ਕਾਰਪੋਰੇਟ ਉਹਨੇ ਆਉਣਾ ਹੀ ਆ, ਉਹਦੀ ਨੇਚਰ ਆ, ਉਹਦਾ ਪਹਿਲਾ ਪਹਿਲ ਇਹੀ ਆ। ਲੇਕਿਨ ਜਿਹੜੇ ਸਾਡੇ ਵੈਲਫੇਅਰ ਸਟੇਟ ਦੇ ਦਾਅਵੇ ਨੇ ਉਹ ਤਾਂ ਸਾਡੇ ਆਪਣੇ ਅਕਾਵਾਂ ਨੇ ਪੂਰੇ ਕਰਨੇ ਸੀ, ਉਹ ਕਿੱਥੇ ਸੌਂ ਗਏ ਜਾਂ ਕਿੱਦਾਂ ਲੁੱਟਣ ਵਾਲਿਆਂ ਦੇ ਨਾਲ ਖਲੋ ਗਏ, ਸਮਝ ਨਹੀਂ ਆਈ। ਵਾੜ ਕਦੋਂ ਖੇਤ ਨੂੰ ਖਾ ਹੀ ਗਈ, ਅਜੇ ਤਾਂ ਸਾਨੂੰ ਅਜੇ ਹੋਰ ਅਗਲੇ ਬੁਰੇ ਦਿਨ ਦੇਖਣੇ ਪੈਣੇ ਆ। ਪਰ ਮੈਨੂੰ ਇੰਝ ਲੱਗਦਾ ਕਿ ਜੇਕਰ ਸੱਚਮੁੱਚ ਪੰਜਾਬ ਦੇ ਕਾਂਗਰਸੀਆਂ ਨੇ ਦਿੱਲੀ 'ਚ ਡੇਰੇ ਲਾਏ ਸੀ ਤਾਂ ਬਿਜਲੀ ਐਗਰੀਮੈਂਟਸ ਦੇ ਉੱਤੇ ਵੀ ਗੱਲ ਹੋਈ ਹੋਊਗੀ। ਜੇ ਵਾਈਟ ਪੇਪਰ ਨਹੀਂ ਤਾਂ ਕੋਈ ਕਾਲਾ ਜਿਹਾ ਚਿੱਠਾ ਹੀ ਖੋਲ ਦਿਓ ਕਿ ਹੁਣ ਜਦੋਂ ਤੋਂ ਹੋਏ ਨੇ ਹੁਣ ਤੱਕ ਕਿੰਨੀ ਲੁੱਟ ਹੋ ਗਈ, ਕਿੱਥੇ ਕਿੱਥੇ ਕਿੰਨੇ ਕਿੰਨੇ ਨਵਿਆਏ ਨੇ, ਕਦੋਂ ਕਦੋਂ ਰਿਵਿਊ ਕੀਤੇ ਸਿਰਫ ਪੈਸੇ ਵਧਾਉਣ ਲਈ, ਉਹਨਾਂ ਨੂੰ ਬੈਨੀਫਿਟ ਕਦੋਂ ਕਦੋਂ ਮਿਲੇ। ਅਸੀਂ ਕਿਸੇ ਕਾਰਪੋਰੇਟ ਘਰਾਣੇ ਦੇ ਖਿਲਾਫ ਨਹੀਂ ਗਏ, ਕਿਉਂਕਿ ਉਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ। ਸਾਰੀ ਦੁਨੀਆ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋ ਗਈ, ਨਿੱਜੀਕਰਨ ਦੀ ਦੁਨੀਆ ਹੈ, ਲੇਕਿਨ ਨਿੱਜੀਕਰਨ ਦੇ ਵੀ ਕੋਈ ਅਸੂਲ ਹੋਣੇ ਚਾਹੀਦੇ ਆ। ਸਟੇਟ ਦੇ ਲੋਕਾਂ ਦੇ ਹਿੱਤ ਕੌਣ ਸੁਰੱਖਿਅਤ ਰੱਖੂਗਾ? ਇਹ ਬੜੇ ਵੱਡੇ ਸਵਾਲ। ਮੈਂ ਭਾਸ਼ਣ ਨਾ ਦਿਆਂ, ਮਨਪ੍ਰੀਤ ਸਿਆਣੇ ਬੈਠੇ ਆ ਮੇਰੇ ਨਾਲ। ਮਨਪ੍ਰੀਤ, ਅਜੇ ਤਾਂ ਬਿੱਲੀ ਨੇ ਝਪਟਾ ਮਾਰਨਾ ਹੈ ਤੇ ਕਬੂਤਰ ਦੀਆਂ ਅੱਖਾਂ ਮੀਟੇ ਨਾਲ ਫਰਕ ਪੈਣਾ ਨਹੀਂ। ਸੁਣਿਆ ਸੇਖੜੀ ਜਾਂਦੇ ਜਾਂਦੇ ਕੈਪਟਨ ਸਾਹਿਬ ਨੇ ਫੋਨ ਤੇ ਗੱਲ ਕੀਤੀ, ਕਹਿੰਦੇ ਕਿਤੇ ਨਹੀਂ ਜਾਂਦੇ, ਪਰ ਅੰਦਰ ਦੇ ਦੱਸਦੇ ਆ ਗੱਲ ਡੋਲੀ ਪਈ ਆ। ਤ੍ਰਿਪਤ ਬਾਜਵਾ ਨੇ 4.5 ਸਾਹ ਨਹੀਂ ਲੈਣ ਦਿੱਤਾ ਸੇਖੜੀ ਨੂੰ, ਬਟਾਲੇ 'ਚ ਡੇਰੇ ਲਾ ਕੇ ਰੱਖੇ ਔਰ ਰੋਜ਼ ਰੌਲਾ ਪੈਂਦਾ ਸੀ। ਕੈਪਟਨ ਸਾਹਿਬ ਨੇ ਕੰਨਾਂ 'ਚ ਤੇਲ ਪਾ ਲਿਆ ਤੇ ਹੁਣ ਜਦੋਂ ਪਤਾ ਲੱਗਿਆ ਕਿ ਵਫਾਦਾਰੀਆਂ ਬਦਲਦਿਆਂ ਸੈਕਿੰਡ ਲੱਗਦਾ, ਪਲ ਵੀ ਨਹੀਂ ਲੱਗਦਾ, ਕਦੋਂ ਕੌਣ ਕਿਹੜੇ ਖੇਮੇ 'ਚ ਤੁਰਿਆ ਫਿਰਦਾ ਪਤਾ ਉਦੋਂ ਲੱਗਦਾ ਜਦੋਂ ਬੰਦਾ ਦਿਲ ਤੇ ਹੱਥ ਜਿਹਾ ਰੱਖ ਕੇ ਕਹਿੰਦਾ ਯਾਰ ਐਵੇਂ ਹੀ ਨਾਲ ਤੁਰੇ ਫਿਰਦੇ ਰਹੇ, ਪਤਾ ਥੋੜੀ ਸੀ ਵੀ ਇੰਜ ਕਰਨਗੇ। ਹੁਣ ਸੇਖੜੀ ਨੂੰ ਪਤਿਆਉਣ ਦਾ ਤੇ ਇਹ ਇੱਕ ਤਰ੍ਹਾਂ ਨਾਲ ਮਨਾਉਣ ਦਾ ਯਤਨ ਹੋ ਰਿਹਾ। ਕੱਲ ਰਾਜਕੁਮਾਰ ਵੇਰਕਾ ਵੀ ਗਏ ਉਹਨਾਂ ਦੇ ਘਰ, ਇੱਕ ਵੱਡਾ ਹਿੰਦੂ ਚਿਹਰਾ ਹੈ ਅਸ਼ਵਨੀ ਸੇਖੜੀ, ਜਿਹੜੇ ਬਟਾਲੇ ਤੋਂ ਨੇ, ਵੱਡਾ ਹਿੰਦੂ ਚਿਹਰਾ, ਔਰ ਬਟਾਲਾ ਕੌਂਸਟੀਟੈਂਸੀ ਇੱਕ ਕਾਂਗਰਸ ਦੀ ਪੁਰਾਣੀ ਕੌਂਸਟੀਟੈਂਸੀ ਹੈ। ਸੋ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਕਿੰਨੇ ਕੁ ਝਟਕੇ ਮਿਲਣੇ ਆ, ਤੇ ਅੱਜ ਕਾਂਗਰਸ ਸੰਗਠਨ ਦੀ ਜੋ ਕਿਰਕਰੀ ਹੋ ਰਹੀ ਆ ਉਹਦੇ ਵਿੱਚ ਇੱਕ ਇਹ ਵੀ ਕਿੱਲ ਠੁੱਕ ਗਿਆ। ਰੰਧਾਵਾ ਜੀ, ਦੇਖੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ 2 ਹੋਰ ਵਿਧਾਇਕ ਉਹਨਾਂ ਦੇ ਨਾਲ ਆਉਂਦੇ ਨੇ ਤੇ ਉਹਨਾਂ ਨੂੰ ਲਿਆ ਕੇ ਇੱਕ ਤਰ੍ਹਾਂ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਕਿ ਦੇਖੋ ਕਾਂਗਰਸ ਦਾ ਅੱਜ ਵੀ ਜਿਹੜਾ ਵਕਾਰ ਆ ਜਾਂ ਉਹਦੀ ਇੱਕ ਤਰ੍ਹਾਂ ਦੀ ਮਕਬੂਲੀਅਤ ਆ ਉਹ ਅੱਜ ਵੀ ਬਰਕਰਾਰ ਆ। ਪੰਜਾਬ ਦੇ ਵਿੱਚ ਲੋਕ ਜਾਂ ਵਿਧਾਇਕ ਇੱਧਰ ਖਿੱਚੇ ਆਉਂਦੇ ਆ, ਲੇਕਿਨ ਆਪਣਾ ਘਰ ਸਾਂਭਣ ਦੇ ਵਿੱਚ ਉਹ ਬਿਲਕੁਲ ਨਾਕਾਮਯਾਬ ਨੇ। ਜਿਸ ਤਰ੍ਹਾਂ ਅਸ਼ਵਨੀ ਸੇਖੜੀ ਦੀ ਗੱਲ ਚੱਲ ਰਹੀ ਆ, ਔਰ ਤੁਸੀਂ ਬਿਲਕੁਲ ਇਹ ਗੱਲ ਠੀਕ ਕਹੀ ਹੈ ਕਿ ਬੜਾ ਵੱਡਾ ਹਿੰਦੂ ਚਿਹਰਾ ਹੋਣ ਦੇ ਬਾਅਦ ਇਸ ਤੋਂ ਬਗੈਰ ਵੀ ਉਹ ਕਾਂਗਰਸ ਦੇ ਵੱਡੇ ਲੀਡਰ ਆ, ਪੁਰਾਣੇ ਸਮੇਂ ਤੋਂ ਜੁੜੇ ਹੋਏ ਆ। ਇਹਨਾਂ ਦੇ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਪਿਤਾ ਸੀ ਵਿਸ਼ਵਮਿੱਤਰ ਸੇਖੜੀ, ਉਹ ਵੀ ਵਿਧਾਇਕ ਰਹੇ ਨੇ ਬੜੀ ਵਾਰੀ। ਇਹਨਾਂ ਦੇ ਆਪਣੇ ਭਰਾ ਸੀ ਇੰਦਰ ਸੇਖੜੀ, ਉਹ ਸਨ 2017 ਦੇ ਵਿੱਚ ਅਕਾਲੀ ਦਲ ਜੁਆਇਨ ਕਰ ਗਏ। ਅੱਛਾ, ਇਹ ਆਪ ਤੁਹਾਨੂੰ ਪਤਾ ਹੋਣਾ ਰੰਧਾਵਾ ਜੀ ਕਿ ਇਹਨਾਂ ਦਾ ਵੀ ਇੱਕ ਵਾਰੀ ਚਰਚਾ ਚੱਲੀ ਸੀ, ਜਿਸ ਤਰ੍ਹਾਂ ਹੁਣ ਚਰਚਾ ਚੱਲਦੀ ਆ ਕਈਆਂ ਦੇ ਪ੍ਰਧਾਨ ਬਣਨ ਦੀ, ਕਿ ਇਹਨਾਂ ਦੀ ਵੀ ਇੱਕ ਵਾਰੀ ਚਰਚਾ ਚੱਲੀ ਸੀ ਕਿ ਇਹ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨਗੇ। 1982 ਦੇ ਵਿੱਚ, ਸਨ 2002 ਦੇ ਵਿੱਚ ਤੇ ਸਨ 2012 ਦੇ ਵਿੱਚ 3 ਵਾਰੀ ਇਹ ਵਿਧਾਇਕ ਉੱਥੋਂ ਰਹੇ ਆ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਜਿਨ੍ਹਾਂ ਦਾ ਪਿਛੋਕੜ ਆ, ਜਿਹੜੇ ਕਾਂਗਰਸ ਦੇ ਨਾਲ ਜੁੜੇ ਰਹੇ ਆ ਔਰ ਕਿਸੇ ਟਾਈਮ ਰਾਜ ਮੰਤਰੀ ਵੀ ਰਹੇ ਆ, ਉਹਨਾਂ ਦਾ ਇਸ ਤਰ੍ਹਾਂ ਚੁੱਪ ਚਪੀਤੇ, ਕਿਉਂਕਿ ਅਕਾਲੀ ਦਲ ਦੇ ਜਿਹੜੇ ਉੱਥੋਂ ਦੇ ਵਿਧਾਇਕ ਆ ਲੋਧੀ ਨੰਗਲ ਸਾਹਿਬ, ਉਹਨਾਂ ਦਾ ਸਵਾਗਤ ਵੀ ਕਰਤਾ। ਸੋ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਇਹ ਕਿਤੇ ਜਾਣਗੇ ਨਹੀਂ, ਮੈਂ ਤੁਹਾਨੂੰ ਭਰੋਸਾ ਦਵਾਉਣਾ। ਦੂਸਰੇ ਪਾਸੇ ਇਸ ਟਾਈਮ ਡਾਕਟਰ ਰਾਜਕੁਮਾਰ ਵੇਰਕਾ ਭੱਜੇ ਫਿਰਦੇ ਨੇ ਉਹਨਾਂ ਨੂੰ ਮਨਾਉਣ ਵਾਸਤੇ। ਇਹ ਕਿੱਥੋਂ ਤੱਕ ਕਵਾਇਤਾਂ ਜਿਹੜੀਆਂ ਉਹਨਾਂ ਦੀਆਂ ਰੰਗ ਲਿਆਉਂਦੀਆਂ ਜਾਂ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ, ਖੈਰ ਇਹ ਤਾਂ ਸਮਾਂ ਹੀ ਦੱਸੂ। ਲੇਕਿਨ ਕਾਂਗਰਸ ਦੇ ਲਈ ਜਿਹੜੇ ਇਹ ਸਮੇਂ ਆ ਉਹ ਕੋਈ ਵਧੀਆ ਨਹੀਂ ਚੱਲ ਰਹੇ, ਕਿਉਂਕਿ ਆਪਣੇ ਜਿਹੜੇ ਉਹਨਾਂ ਦੇ ਪੁਰਾਣੇ ਬੰਦੇ ਔਰ ਖਾਸ ਤੌਰ ਤੇ
ਅਸ਼ਵਨੀ ਜੀ ਸੇਖੜੀ ਬਾਰੇ ਅੱਜ ਆਪਾਂ ਚਰਚਾ ਕਰ ਰਹੇ ਹਾਂ। 2 ਦਿਨ ਪਹਿਲਾਂ ਆਪਾਂ ਕੈਸੇ ਜਾਂ ਇਹ ਵੀ ਸੋਚ ਵੀ ਨਹੀਂ ਸਕਦੇ ਸੀ ਸੁਪਨੇ ਦੇ ਵਿੱਚ ਕਿ ਇਸ ਤਰ੍ਹਾਂ ਦੇ ਪੁਰਾਣੇ ਬੰਦੇ ਵੀ ਕਿਤੇ ਉੱਤੇ ਜਾ ਸਕਦੇ ਆ। ਇਸ ਦਾ ਕਾਂਗਰਸ ਨੂੰ ਬੜਾ ਨੁਕਸਾਨ ਹੋਊਗਾ। ਇਸ ਤੋਂ ਪਹਿਲਾਂ ਤੁਸੀਂ ਦੱਸੋ, ਇੱਕ ਆਪਾਂ ਕੱਲ ਹੀ ਗੱਲ ਕਰ ਰਹੇ ਸੀ, ਜਿਹੜਾ ਗਰੁੱਪ 23 ਆ, ਉਹਦੇ ਇੱਕ ਬੜੇ ਜੀ ਵੱਡੇ ਚਿਹਰੇ ਮਨੀਸ਼ ਤਿਵਾੜੀ, ਜਿਹੜੇ ਅਨੰਦਪੁਰ ਹੂੰ ਸਾਹਿਬ ਤੋਂ MP ਨੇ, ਇਹਨਾਂ ਹੂੰ ਦੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਮਨ ਮੁਟਾਵਾ, ਜੇ ਸਾਰੇ ਇਸ ਤਰ੍ਹਾਂ ਦੇ ਚਿਹਰੇ ਚਲੇ ਜਾਂਦੇ ਨੇ ਤਾਂ ਕਾਂਗਰਸ ਕਿੱਥੇ ਖੜੀ ਆ? ਤੁਸੀਂ ਮੈਨੂੰ ਦੱਸੋ। ਚੋਣਾਂ ਜਿਹੜੀਆਂ ਉਹ ਸਿਰ ਤੇ ਨੇ। ਸੋ ਇਸ ਤਰ੍ਹਾਂ ਬਿਲਕੁਲ ਦੇ ਹਾਲਾਤ ਕਾਂਗਰਸ ਨੇ ਕਿਤੇ ਨੇ। ਔਰ ਤੁਹਾਨੂੰ ਮੈਂ ਦੱਸਾਂ, ਤੁਸੀਂ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਨੱਕ ਤੇ ਦਮ ਕਰੀ ਰੱਖਿਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ। ਤੁਹਾਨੂੰ ਇਹ ਵੀ ਪਤਾ ਹੋਣਾ ਕਿ ਇਹਨਾਂ ਨੇ, ਅਸ਼ਵਨੀ ਸੇਖੜੀ ਹੋਣਾ ਨੇ, COVID-19 ਦੇ ਕਈ ਤਰ੍ਹਾਂ ਦੇ ਜਿਹੜੇ ਕੰਡੀਸ਼ਨਸ ਪੂਰੀਆਂ ਨਾ ਹੋਣ ਕਰਕੇ ਉਹਨਾਂ ਦੇ ਖਿਲਾਫ ਇੱਕ ਕੇਸ ਵੀ ਦਰਜ ਕਰਾਇਆ ਸੀ। ਇਸੇ ਜੀ ਕਰਕੇ ਜਿਹੜੀ ਆਪਸ ਦੇ ਵਿੱਚ ਟਕਰਾਅ ਉਦੋਂ ਵਧਿਆ ਸੀ। ਜੀ 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 ਅੱਛਾ, ਅਸਲ ਦੇ ਵਿੱਚ ਮਨਪ੍ਰੀਤ ਜੀ, ਜਿਹੜੀ ਇਹ ਰਾਜਨੀਤੀ ਆ, ਜੇ ਤੁਹਾਨੂੰ ਥੋੜਾ ਜਿਹਾ ਤੁਸੀਂ ਪਿੱਛੇ ਝਾਤੀ ਮਾਰੋਗੇ ਤਾਂ ਉੱਥੇ ਗੁਰਪ੍ਰੀਤ ਘੁੱਗੀ ਜਦੋਂ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਤੇ ਉਹ ਬਟਾਲੇ ਚੋਂ ਇਲੈਕਸ਼ਨ ਲੜਦੇ ਆ। ਦਰਅਸਲ ਇਹ ਸੀਟ ਜਿੱਤੀ ਹੋਈ ਸੀ ਕਾਂਗਰਸ ਦੀ, ਔਰ ਜਦੋਂ ਵੋਟ ਵੰਡ ਹੁੰਦੀ ਆ ਤੇ ਉਹਦੇ ਵਿੱਚ ਜਿਹੜੀ ਪਿੰਡੂ ਵੋਟ ਆ ਉਹ ਅਕਾਲੀ ਦਲ ਨੂੰ ਭੁਗਤਦੀ ਆ, ਸ਼ਹਿਰੀ ਵੋਟ ਵੰਡ ਹੋ ਜਾਂਦੀ ਆ ਸੇਖੜੀ ਔਰ ਆਮ ਆਦਮੀ ਪਾਰਟੀ 'ਚ, ਤੇ ਉਹਦੇ ਨਾਲ ਲੋਧੀ ਨੰਗਲ ਬਣ ਜਾਂਦੇ ਆ। ਅਦਰਵਾਈਜ਼ ਸ਼ਾਇਦ ਜਿਹੜੇ ਸੇਖੜੀ ਸੀਗੇ ਉਹ ਵਜ਼ੀਰ ਵੀ ਹੁੰਦੇ। ਉਸ ਤੋਂ ਬਾਅਦ ਜੇਕਰ ਅਸੀਂ ਲੋਧੀ ਨੰਗਲ ਦੀ ਗੱਲ ਕਰਦੇ ਹਾਂ ਤੇ ਲੋਧੀ ਨੰਗਲ ਵੀ ਬੱਦੇ ਰੋਦੇ ਜੇ ਬਟਾਲੇ 'ਚ ਸੀਗੇ, ਕਿਉਂਕਿ ਉਹਦੇ 'ਚ ਹਿੰਦੂ ਵੋਟ ਜ਼ਿਆਦਾ ਹੈ, ਤੇ ਉਹ ਫਤਿਹਗੜ੍ਹ ਚੂੜੀਆਂ ਤੇ ਨਜ਼ਰ ਰੱਖੀ ਬੈਠੇ ਆ। ਉਹ ਬਿਕਰਮ ਸਿੰਘ ਮਜੀਠੀਆ ਦੇ ਖੇਮੇ ਦੇ ਵਿੱਚੋਂ ਚਾਹੁੰਦੇ ਆ। ਦੂਜੇ ਬੰਨੇ ਉੱਥੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ ਵੀ ਲੱਤ ਡੱਕ ਕੇ ਖਲੋਤਾ ਹੈ। ਸੋ ਉਹ ਗੁਰਦਾਸਪੁਰ ਜ਼ਿਲ੍ਹਾ ਸਾਰੀਆਂ ਪਾਰਟੀਆਂ ਲਈ ਪੂਰੀ ਤਰ੍ਹਾਂ ਖਰਾਬ ਹੋਇਆ ਪਿਆ। ਲੇਕਿਨ ਜੇ ਸੇਖੜੀ ਇਧਰਲੇ ਬੰਨੇ ਸੁਖਬੀਰ ਦੇ ਖੇਮੇ ਚ ਆਉਂਦੇ ਸੀਗੇ ਤਾਂ ਕੁਝ ਹੋਰ ਹਿੰਦੂ ਚਿਹਰੇ, ਕਿਉਂਕਿ ਬੀਜੇਪੀ ਨਾਲ ਅਕਾਲੀਆਂ ਦਾ ਤੋੜ ਵਿਛੋੜਾ ਹੋਣ ਤੋਂ ਬਾਅਦ ਇਹਨਾਂ ਕੋਲ ਕੁਝ ਸੀਟਾਂ, ਕੁਝ ਅਸਾਮੀਆਂ ਖਾਲੀ ਨੇ, ਤੇ ਉਹ ਚਾਹੀਦੇ ਵੀ ਹਿੰਦੂ ਚਿਹਰੇ ਬਹੁਤੀ ਜਗ੍ਹਾ, ਤੇ ਕੁਦਰਤੀ ਤੌਰ ਤੇ ਉਹ ਜਿਹੜੀ ਅਗਲੀ ਹਵਾ ਸੀ ਉਧਰ ਨੂੰ ਤੁਰਨੀ ਸੀ। ਲੇਕਿਨ ਮੈਂ ਥੋੜਾ ਜਿਹਾ ਅੱਗੇ ਆਵਾਂ ਹੁਣ, ਕਿਉਂਕਿ ਇੱਕ ਵਾਰੀ ਫਿਰ ਬਸਪਾ ਦੀ ਗੱਲ ਹੋ ਰਹੀ ਹੈ। ਬਸਪਾ ਚੋਂ ਇੱਕ ਉਹਨਾਂ ਦਾ ਵੱਡਾ ਆਗੂ ਬਰਖਾਸਤ ਕਰਤਾ ਗਿਆ, ਦੂਜੇ ਨੇ ਰਿਜ਼ਾਈਨ ਕਰਤਾ। ਸੁਣਿਆ 25 ਨੂੰ ਇੱਕ ਜਿਹੜੀ ਮੀਟਿੰਗ ਹੋਈ ਸੀ ਸੁਪਰੀਮੋ ਮਾਇਆਵਤੀ ਨਾਲ, ਬਸਪਾ ਸੁਪਰੀਮੋ ਨਾਲ, ਉਸ ਤੋਂ ਬਾਅਦ ਉਹਨਾਂ ਨੇ ਇਹ ਹੁਕਮ ਚਾੜਤਾ ਕਿ ਇਹਦੇ ਤੇ ਕੋਈ ਗੱਲ ਨਹੀਂ ਕਰਨੀ, ਜੋ ਸਮਝੌਤਾ ਹੋ ਗਿਆ, ਜਿਹੜੀਆਂ ਸੀਟਾਂ ਅਸੀਂ ਅਕਾਲੀ ਦਲ ਨੂੰ ਦੇਤੀਆਂ ਉਹਨਾਂ ਸਾਨੂੰ ਦੇਤੀਆਂ, ਉੱਤੇ ਅੱਗੇ ਗੱਲ ਨਹੀਂ ਕਰਨੀ। ਸੋ ਇਹ ਤੋਂ ਬਾਅਦ ਅੰਦਰ ਅੰਦਰ ਬੇਚੈਨੀ ਵਧੀ ਹੋਈ ਸੀ। ਮੈਨੂੰ ਇਸ ਰਾਜਨੀਤੀ ਬਾਰੇ ਦੱਸੋਗੇ ਕਿ ਇਸ ਗੱਠਜੋੜ ਨੂੰ ਹੁਣ, ਇਸ ਜਿਹੜੇ ਗੱਠਜੋੜ ਨੂੰ ਇਸ ਤਰ੍ਹਾਂ ਦੀ ਅੰਦਰ ਦੀ ਬੇਚੈਨੀ ਵਾਲੀ ਰਾਜਨੀਤੀ ਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ? ਬਸਪਾ ਦੇ ਅੰਦਰ ਜੋ ਚੱਲ ਰਿਹਾ, ਇਹਦੇ ਨਾਲ ਬਸਪਾ ਦੀ ਆਪਣੀ ਵੋਟ ਤੇ ਕਿੰਨਾ ਪੋਜ਼ਿਟਿਵ ਜਾਂ ਨੈਗੇਟਿਵ ਅਸਰ ਹੋ ਸਕਦਾ? ਰੰਧਾਵਾ ਜੀ, ਇੱਕ ਚੀਜ਼ ਦੇਖੋ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਜਾਂ ਨਹੀਂ ਆਉਂਦੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ, ਇਹਦਾ ਫਰਕ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਪੈ ਸਕਦਾ, ਕਿਉਂਕਿ ਇਹ ਸਮਝੌਤਾ ਜਾਂ ਆਪਸ ਦੇ ਵਿੱਚ ਜਿਹੜਾ ਗੱਠਜੋੜ ਆ, ਇਹਦਾ ਜਿੰਨਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਆ, ਉਹਨਾਂ ਬਹੁਜਨ ਸਮਾਜ ਪਾਰਟੀ ਨਹੀਂ ਕਰ ਰਹੀ। ਕਿਉਂਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਫੋਕਸ ਆ, ਇਹ ਮੈਂ ਤੁਹਾਨੂੰ ਸਮਝਾਉਂਗਾ ਵੀ, ਉਹਨਾਂ ਦਾ ਫੋਕਸ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੀਆਂ ਤੇ ਉੱਤਰਾਖੰਡ ਦੀਆਂ ਇਲੈਕਸ਼ਨਸ ਦੇ ਵਿੱਚ ਉੱਤੇ ਆ। ਇਸੇ ਕਰਕੇ ਜਿਹੜੀ ਮਾਇਆਵਤੀ ਆ, ਉਹ ਉਹਨਾਂ ਨੇ ਇੱਕ ਵਾਰੀ ਐਗਰੀਮੈਂਟ ਕਰਕੇ, ਉਹਨਾਂ ਨੇ ਕੁਝ ਨਹੀਂ ਲੈਣਾ ਦੇਣਾ ਕਿ ਇੱਥੇ ਪੰਜਾਬ ਦੇ ਯੂਨਿਟ ਦੇ ਵਿੱਚ ਜਸਵੀਰ ਸਿੰਘ ਗੜੀ ਹੋਣ ਜਾਂ ਇਸ ਤੋਂ ਪਹਿਲਾਂ ਅਵਤਾਰ ਸਿੰਘ ਕਰੀਮਪੁਰੀ ਹੁੰਦੇ ਸੀ। ਇੱਥੋਂ ਦੇ ਪ੍ਰਧਾਨ ਤੁਹਾਨੂੰ ਪਤਾ ਇਸ ਤਰ੍ਹਾਂ ਸੀਗੇ ਕਿ ਜਿਸ ਤਰ੍ਹਾਂ ਕਠਪੁਤਲੀਆਂ ਹੁੰਦੀਆਂ, ਜੋ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਉਦਾਂ ਉਹ ਕਰਦੇ ਸੀ। ਆਪਣਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਕੀ ਮਤ ਆ, ਕੀ ਵਿਚਾਰ ਆ, ਕੀ ਉਹ ਉੱਥੋਂ ਦੀ ਪੋਲਿਟਿਕਸ ਬਾਰੇ ਸੋਚਦੇ, ਉਹਨਾਂ ਦਾ ਕੁਝ ਨਹੀਂ ਸੀ ਲੈਣਾ ਦੇਣਾ ਇਹਦੇ ਨਾਲ, ਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਸੁਣੀ ਜਾਂਦੀ ਸੀ। ਹੁਣ ਆਜੋ ਉੱਤਰ ਪ੍ਰਦੇਸ਼ ਦੀਆਂ ਇਲੈਕਸ਼ਨਾਂ ਦੇ, ਕਿਉਂਕਿ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, 403 ਸੀਟਾਂ। ਪਿਛਲੀ ਵਾਰੀ ਜਦੋਂ ਮਾਇਆਵਤੀ ਉੱਥੋਂ ਲੜਦੇ ਆ ਜੀ, ਇਹਨਾਂ ਦੀ ਬਹੁਜਨ ਸਮਾਜ ਪਾਰਟੀ ਸਿਰਫ 19 ਸੀਟਾਂ ਆਉਂਦੀਆਂ, ਕਿਉਂਕਿ ਉੱਥੋਂ ਦੀ ਸੱਤਾ ਦੇ ਵਿੱਚ ਕਾਬਜ਼ ਰਹਿਣ ਨਾਲ ਹੀ ਬਹੁਜਨ ਜਿਹੜਾ ਸਮਾਜ ਪਾਰਟੀ ਆ, ਉਹਦੀ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਹੋਂਦ ਰਹਿੰਦੀ ਆ। 19 ਸੀਟਾਂ ਲੈ ਕੇ ਜਾਂਦੇ ਆ। 19 ਚੋਂ ਇਹ ਪਹਿਲਾਂ ਇੱਕ ਤਾਂ ਆਪਣੀ ਬਾਈ ਇਲੈਕਸ਼ਨ ਹਾਰ ਜਾਂਦੇ ਨੇ, ਉਸ ਤੋਂ ਬਾਅਦ ਘੱਟੋ ਘੱਟ 11 ਉੱਥੋਂ ਦੇ ਵਿਧਾਇਕ ਆਲਰੇਡੀ ਬਾਗੀ ਹੋ ਚੁੱਕੇ ਆ, ਤੇ ਜਿਹੜੀ ਉੱਥੋਂ ਦੀ ਸਮਾਜਵਾਦੀ ਪਾਰਟੀ ਆ, ਅਖਿਲੇਸ਼ ਯਾਦਵ ਹੋਣਾ ਦੀ, ਉਹਨਾਂ ਦੇ ਵਿੱਚ ਜਿਹੜੀ ਇਹ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ, ਤੇ ਮਾਇਆਵਤੀ ਉਹਨਾਂ ਨੂੰ ਉੱਥੋਂ ਜਿਹੜਾ ਆਪਣੀ ਪਾਰਟੀ ਚੋਂ ਕੱਢਣ ਦੀ ਉਹਨਾਂ ਨੇ ਜਿਹੜੀਆਂ ਉਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ, ਹੁਣ ਉਹਨਾਂ ਨੇ ਇਹ ਵੀ ਕਹਿਤਾ ਕਿ ਇਸ ਤੇ ਇਕੱਲੇ ਇਲੈਕਸ਼ਨ ਲੜਾਂਗੇ। ਸੋ ਸਾਰੇ ਦਾ ਸਾਰਾ ਜਿਹੜਾ ਉੱਤਰਾਖੰਡ 'ਚ ਵੀ ਇਕੱਲੇ ਲੜਨਗੇ, ਯਾਨੀ ਕਿ ਬਹੁਜਨ ਸਮਾਜ ਪਾਰਟੀ ਦਾ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਹੋਏਗਾ, ਨਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਨਾ ਹੀ ਉੱਤਰਾਖੰਡ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ
ਰੰਧਾਵਾ ਜੀ, ਇਹ ਗੱਲ ਬੜੀ ਸਪਸ਼ਟ ਆ ਕਿ ਉਹਨਾਂ ਦਾ ਫੋਕਸ ਜਾਂ ਉਹਨਾਂ ਦੇ ਪੰਜਾਬ ਜਿਹੜਾ ਉਹਨਾਂ ਦੇ ਕਿਸੇ ਵੀ ਜਿਹੜੇ ਨਜ਼ਰ ਦੇ ਅੰਦਰ ਨਹੀਂ ਆ। ਨਾ ਹੀ ਉਹਨਾਂ ਨੂੰ ਇਹ ਲੱਗਦਾ ਕਿ ਇੱਥੋਂ ਜੇ ਸਾਨੂੰ 2-4 ਸੀਟਾਂ ਮਿਲ ਵੀ ਗਈਆਂ ਜਾਂ ਨਾ ਵੀ ਮਿਲੀਆਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਸਾਰਾ ਜਿਹੜਾ ਦਾਰਮੋਦਾਰ ਆ, ਸਾਰਾ ਜ਼ੋਰ ਆ, ਉਹ ਸਾਰਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੇ ਲੱਗਾ, ਕਿਉਂਕਿ ਉਸੇ ਨਾਲ ਉਹਨਾਂ ਦੀ ਹੋਂਦ ਬਚਦੀ ਹੈ ਜੀ। ਤੁਹਾਡਾ ਮਤਲਬ ਉਹ ਇੱਥੇ ਕੋਈ ਆਵੇ ਜਾਂ ਚਲੇ ਜਾਵੇ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਆਪਣਾ ਹੁਕਮ ਵਜਾਉਣ 'ਚ ਯਕੀਨ ਰੱਖਦੇ ਆ। ਲੇਕਿਨ ਮੈਂ ਇੱਕ ਕਦਮ ਅੱਗੇ ਜਾਊਂਗਾ, ਆਖਰੀ ਗੱਲ ਅਸੀਂ ਕਰਨੀ ਹੈ ਹੁਣ, ਕਿ ਬੀਤੇ ਦਿਨ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਗੱਲ ਰੱਖਣੀ ਸੀ ਗਵਰਨਰ ਕੋਲੇ, ਉਸ ਵੇਲੇ ਕਾਫੀ ਠੀਕ ਠਾਕ ਚੱਲਦਾ ਸੀ ਕੰਮ, ਲੇਕਿਨ ਥੋੜੀ ਦੇਰ 'ਚ ਬੈਰੀਕੇਡਿੰਗ ਜਿਹੜੀ ਸੀ ਤੋੜੀ ਗਈ। ਹੁਣ ਪਰਚੇ ਇੱਕ ਦਿਨ ਬਾਅਦ ਹੋ ਗਏ। ਉਹਨਾਂ ਦੇ ਇੱਕ ਵੱਡੇ ਪੁਲਿਸ ਅਧਿਕਾਰੀ ਨੇ ਉਦੋਂ ਦੇਰ ਸ਼ਾਮ ਨੂੰ ਕਿਹਾ ਸੀ ਕਿ ਸਭ ਪੀਸਫੁਲ ਰਿਹਾ, ਸਭ ਦਾ ਧੰਨਵਾਦ। ਇੱਕ ਦਿਨ ਬਾਅਦ ਉਹ ਪੀਸ ਕਿੱਧਰ ਖਿੰਡਰ ਗਿਆ ਪਤਾ ਨਹੀਂ ਲੱਗਿਆ। ਹੁਣ ਕੁਝ ਸਿੰਗਰ ਤੇ ਕੁਝ ਇੱਕ ਚੋਣਵੇਂ ਨਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਪਾਤੇ ਪਰਚਿਆਂ 'ਚ। ਹੁਣ ਇਹ ਪਰਚਿਆਂ ਦੀ ਰਾਜਨੀਤੀ ਪੁਰਾਣੀ ਆ। ਇਹ ਜਿਹੜਾ ਰੌਲਾ ਪੈਂਦਾ ਹੈ ਕਿਸਾਨਾਂ ਵੱਲੋਂ, ਕਹਿੰਦੇ ਜੀ ਹੁਕਮ ਗ੍ਰਹਿ ਮੰਤਰਾਲੇ ਵੱਲੋਂ ਆ ਗਏ, ਇੱਥੇ ਤਾਂ ਸਭ ਠੀਕ ਸੀ, ਇਹਨਾਂ ਦੀ ਖਚਾਈ ਹੋ ਗਈ ਕਿ ਤੁਸੀਂ ਕੀਤਾ ਹੀ ਕੱਖ ਨਹੀਂ, ਤੁਹਾਥੋਂ ਸਰਿਆ ਕੱਖ ਨਹੀਂ। ਪ੍ਰੈਸ਼ਰ ਬਣਾਉਣ ਦੇ ਟੈਕਟਿਕਸ ਹੁੰਦੇ ਆ, ਫਲਾਣੇ ਤੇ ਪਰਚਾ ਕਰ ਦਿਓ, ਆਪੇ ਰੇਂਗਦਾ ਹੋਇਆ ਸਮਝੌਤੇ ਲਈ ਆਊਗਾ। ਸੋ ਮੈਨੂੰ ਇੰਝ ਲੱਗਦਾ ਹੈ ਕਿ ਸਰਕਾਰਾਂ ਐ ਕਰਨ ਲਈ ਨਹੀਂ ਹੁੰਦੀਆਂ। ਅੰਦੋਲਨ ਹੱਕ ਹੈ ਜਮਹੂਰੀਅਤ ਦਾ, ਆਮ ਲੋਕਾਂ ਦਾ, ਲੇਕਿਨ ਉਹਨੂੰ ਖੁੱਲ ਕੇ ਵਰਤਣ ਦੇਣਾ ਚਾਹੀਦਾ। ਇਹਦੇ ਨਾਲ ਲੋਕਤੰਤਰ ਮਜ਼ਬੂਤ ਹੁੰਦਾ। ਸੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਇਹ ਐਕਟ ਕਿ ਪਰਚਿਆਂ ਦੀ ਰਾਜਨੀਤੀ, ਤੇ ਪਰਚਿਆਂ ਦੀ ਰਾਜਨੀਤੀ ਯੂਟੀ ਵਰਗਾ ਜਦੋਂ ਕਰੂਗਾ ਤੇ ਇਸ਼ਾਰਾ ਤਾਂ ਫਿਰ ਮਾਲਕਾਂ ਦਾ ਹੁੰਦਾ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਇਹਦੇ ਵਿੱਚ ਬੜੀ ਗੱਲ ਸਪਸ਼ਟ ਆ। ਜਦੋਂ ਜਾ ਕੇ ਇੰਨੇ ਭਾਰੀ ਬੰਦੋਬਸਤ ਦੇ ਬਾਵਜੂਦ ਵੀ, ਪੁਲਿਸ ਦਾ ਬਹੁਤ ਭਾਰੀ ਬੰਦੋਬਸਤ ਸੀ, ਔਰ ਇਹ ਨਹੀਂ ਕਿ ਉਸੇ ਦਿਨ ਕੀਤਾ ਸੀ, ਉਸ ਤੋਂ ਕਈ ਦਿਨ ਪਹਿਲਾਂ ਸ਼ੁਰੂਆਤ ਇਹਦੀ ਕਰ ਦਿੱਤੀ ਗਈ ਸੀ, ਤੇ ਇਹ ਸਮਝਿਆ ਜਾ ਰਿਹਾ ਸੀ ਕਿ ਉੱਥੇ ਚਿੜੀ ਵੀ ਨਹੀਂ ਫਟਕਣ ਦਿੱਤੂਗੀ। ਲੇਕਿਨ ਇਸ ਦੇ ਬਾਵਜੂਦ ਵੀ ਕਿਸਾਨ ਗਏ, ਕਿਸਾਨਾਂ ਨੇ ਜਾ ਕੇ ਮੰਗ ਪੱਤਰ ਦਿੱਤਾ। ਹਾਲਾਂਕਿ ਚਾਹੀਦਾ ਤਾਂ ਇਹ ਸੀ, ਬੜੇ ਪਿਆਰ ਨਾਲ ਜਿਹੜਾ ਉਹਨਾਂ ਦਾ ਇੱਕ ਵਫਦ ਆ ਜਾਂ ਉਹਨਾਂ ਦਾ ਇੱਕ ਡੈਲੀਗੇਸ਼ਨ ਉਹ ਜਾਂਦਾ, ਮੰਗ ਪੱਤਰ ਦਿੰਦਾ ਤੇ ਵਾਪਸ ਆ ਜਾਂਦਾ, ਕਿਉਂਕਿ ਕਿਸਾਨ ਜਿਹੜੇ ਆ ਉਹਨਾਂ ਦਾ ਜਿਹੜਾ ਇਸ ਜਿਹੜਾ ਅੰਦੋਲਨ ਦਾ ਇੱਥੋਂ ਤੱਕ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਹਜੇ ਤੱਕ 7 ਮਹੀਨਿਆਂ ਬਾਅਦ ਵੀ ਇਹ ਬਹੁਤ ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਬਹੁਤ ਵਾਰੀ ਕੋਸ਼ਿਸ਼ ਕੀਤੀ ਇਹਦੇ ਵਿੱਚ ਹਿੰਸਾ ਲੈ ਕੇ ਆਂਦੀ ਜਾਵੇ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਖੂਨ ਖਰਾਬਾ ਹੋਵੇ, ਬੜੇ ਤਰ੍ਹਾਂ ਦੇ ਇਹਨਾਂ ਦੇ ਇਲਜ਼ਾਮ ਲੱਗੇ, ਬਹੁਤ ਵਾਰੀ ਇਹਨਾਂ ਨੂੰ ਭੜਕਾਇਆ ਗਿਆ, ਬੜੀ ਵਾਰੀ ਇਹਨਾਂ ਨੂੰ ਪ੍ਰਵੋਕ ਕੀਤਾ ਗਿਆ, ਲੇਕਿਨ ਕਿਸਾਨ ਕਦੇ ਵੀ ਪ੍ਰਵੋਕ ਨਹੀਂ ਹੋਏ। ਦੋ ਚੀਜ਼ਾਂ ਨੇ ਇਹਨਾਂ ਨੂੰ ਹਮੇਸ਼ਾ ਹੀ ਬਚਾਇਆ। ਇੱਕ ਤਾਂ ਇਹਨਾਂ ਨੇ ਕਿਸੇ ਟਾਈਮ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣਾ ਪਲੇਟਫਾਰਮ ਵਰਤਨ ਤੋਂ ਜਿਹੜਾ ਹੈਗਾ ਉਹ ਮਨਾ ਕਰ ਦਿੱਤਾ। ਦੂਸਰਾ, ਇਹਨਾਂ ਨੇ ਜਿਹੜੀਆਂ ਧਾਰਮਿਕ ਸੰਸਥਾਵਾਂ ਸੀ ਉਹਨਾਂ ਤੋਂ ਵੀ ਇਹ ਦੂਰ ਰਹੇ। ਇਹਨਾਂ ਦੋਨਾਂ ਕਰਕੇ, ਔਰ ਤੀਸਰਾ ਸਭ ਤੋਂ ਵੱਡਾ ਕਾਰਨ ਸੀ ਕਿ ਸ਼ਾਂਤਮਈ ਢੰਗ ਨਾਲ ਹਜੇ ਤੱਕ ਚੱਲਿਆ। ਹਾਲਾਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਹਿੰਸਾ ਪੈਦਾ ਕੀਤੀ ਜਾਵੇ। ਹੁਣ ਤੁਸੀਂ ਗੱਲ ਕਰੋ ਕਿ ਇਹ ਜਦੋਂ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਸੀ ਕਿ 26 ਜੂਨ ਨੂੰ ਅਸੀਂ ਸਾਰੇ, ਕੱਲੇ ਪੰਜਾਬ ਦੇ ਵਿੱਚ ਨਹੀਂ, ਚੰਡੀਗੜ੍ਹ 'ਚ ਨਹੀਂ, ਪੂਰੇ ਭਾਰਤ ਦੇ ਜਿਹੜੇ ਜਿੱਥੇ ਵੀ ਗਵਰਨਰ ਨੇ ਉੱਥੇ ਜਾ ਕੇ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਮੰਗ ਪੱਤਰ ਦੇਣਗੇ ਤੇ ਉਹ ਮੰਗ ਪੱਤਰ ਅੱਗੇ ਰਾਸ਼ਟਰਪਤੀ ਤੱਕ ਪਹੁੰਚਾਏ ਜਾਣਗੇ, ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ, ਔਰ ਸਾਰਿਆਂ ਨੂੰ ਆਪਾਂ ਨੂੰ ਪਤਾ ਕੀ ਉਹਨਾਂ ਦੇ ਕਿਸਾਨਾਂ ਦੀਆਂ ਮੰਗਾਂ ਕੋ ਅੱਜ ਤਾਂ ਮੰਗ ਨਹੀਂ ਰਹੇ, ਉਹਨਾਂ ਤੱਕ ਪਹੁੰਚਣਗੀਆਂ। ਕਿਤੇ ਨਾ ਕਿਤੇ ਸ਼ਾਇਦ ਵਿਚਾਰ ਹੋਏਗਾ ਤੇ ਸਾਨੂੰ ਇਹ ਤਰੀਕਾ ਅਪਣਾਉਣਾ ਚਾਹੀਦਾ। ਇਹ ਜਿਹੜਾ ਤੁਸੀਂ ਗੱਲ ਕਹੀ ਆ, ਜਮਹੂਰੀਅਤ ਦਾ ਤਰੀਕਾ, ਲੋਕਤੰਤਰ ਦਾ ਤਰੀਕਾ, ਡੈਮੋਕ੍ਰੇਸੀ ਦਾ ਤਰੀਕਾ ਇਹੀ ਆ। ਲੇਕਿਨ ਜਦੋਂ ਤੁਸੀਂ ਉਹਨਾਂ ਤੇ ਪਾਣੀ ਦੀਆਂ ਬੁਛਾਰਾਂ ਮਾਰਨ ਲੱਗ ਜਾਂਦੇ ਹੋ, ਵੱਡੇ ਵੱਡੇ ਉੱਥੇ ਬੈਰੀਕੇਡਸ ਲਾ ਦਿੰਦੇ ਹੋ, ਕੰਡਿਆਲੀ ਤਾਰਾਂ ਲਾ ਦਿੰਦੇ ਹੋ, ਤੇ ਸਿੰਘੂ ਬਾਰਡਰ ਯਾਦ ਕਰੋ ਕਿੱਲ ਠੋਕਤੇ ਸੀ। ਪੂਰੀ ਦੁਨੀਆ ਦੇ ਵਿੱਚ ਜੋ ਤਸਵੀਰਾਂ ਜਾਂਦੀਆਂ ਨੇ ਤੇ ਉਦੋਂ ਥੂ ਹੁੰਦੀ ਆ, ਤੇ ਉਦੋਂ ਪਤਾ ਲੱਗਦਾ ਸਰਕਾਰ ਨੂੰ ਵੀ ਸਾਡੀ ਆਲੋਚਨਾ ਹੋਗੀ। ਉਸ ਤੋਂ ਬਾਅਦ ਰਾਤੋਂ ਰਾਤ ਉਹ ਸਾਰੀਆਂ ਚੀਜ਼ਾਂ ਹਟਾ ਲਈਆਂ ਜਾਂਦੀਆਂ। ਇਸੇ ਤਰ੍ਹਾਂ ਦਾ ਮੰਜ਼ਰ ਤੇ ਸਾਨੂੰ ਫੇਰ ਦੇਖਣ ਨੂੰ ਮਿਲਦਾ। ਫੇਰ ਉਹਨਾਂ ਨੂੰ ਉਸੇ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਹਿੰਸਾ ਤੇ ਉਤਾਰੂ ਹੋ ਗਿਆ। ਹਿੰਸਾ ਤੇ ਉਤਾਰੂ ਜਾਂ ਕਿਸਾਨ ਨਹੀਂ ਹੋਏ ਰੰਧਾਵਾ ਜੀ। ਇਹ ਜਿਹੜੀ ਸਰਕਾਰ ਆ ਬਹੁਤ ਹੱਠ ਧਰਮ ਨਾਲ ਜਿਹੜੀ ਆ ਇਸ ਟਾਈਮ ਪੂਰੀ ਲਿਪਤ ਆ, ਕਿਸੇ ਤਰ੍ਹਾਂ ਦਾ ਵੀ ਝੁਕਣਾ ਨਹੀਂ ਚਾਹੁੰਦੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਇਸ ਤੋਂ ਬਾਅਦ ਆਪਣੀ ਗੱਲ ਸਮਾਪਤ ਕਰੂੰਗਾ। ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਚੱਲ ਰਿਹਾ ਸੀ, ਬੜੇ ਉੱਘੇ ਵਕੀਲ ਨੇ ਹਰੀਸ਼ ਸਾਲਵੇ, ਇੰਗਲੈਂਡ ਰਹਿੰਦੇ ਨੇ ਵੈਸੇ, ਉਹ ਇੱਕ ਪ੍ਰਾਈਵੇਟ ਬੰਦੇ ਦਾ ਕੇਸ ਉੱਥੇ ਲੜ ਰਹੇ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਰਕਾਰ ਦਾ ਪੂਰਾ ਸਾਥ ਦੇ ਰਹੇ ਹੋਣ। ਤੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਗੱਲ ਕਹੀ ਸੀ ਕਿ ਠੀਕ ਹੈ ਜੀ, ਤੁਸੀਂ ਜੇ ਕੋਈ ਕਿਸਾਨਾਂ ਦੇ ਹੱਕ 'ਚ ਫੈਸਲਾ ਲੈਣਾ ਜ਼ਰੂਰ ਲਓ, ਲੇਕਿਨ ਇੱਕ ਗੱਲ ਦਾ ਯਾਦ ਰੱਖਿਓ, ਸਰਕਾਰ ਹਾਰਦੀ ਹੋਈ ਨਜ਼ਰ ਨਹੀਂ ਆਉਣੀ ਚਾਹੀਦੀ ਤੇ ਕਿਸਾਨ ਜਿੱਤਦੇ ਹੋਏ ਨਜ਼ਰ ਨਹੀਂ ਆਉਣੇ ਚਾਹੀਦੇ। ਇਸ ਤਰ੍ਹਾਂ ਦਾ ਫੈਸਲਾ ਕਰੋ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਮਾਨਸਿਕਤਾ ਕਿਸ ਤਰ੍ਹਾਂ ਦੀ ਆ। ਕਰੂਪ ਮੰਜ਼ਰ, ਮੈਂ ਕਹਿਣਾ ਹੁੰਦਾ ਰਾਜਨੀਤੀ ਦਾ ਸਭ ਤੋਂ ਕਰੂਪ ਦ੍ਰਿਸ਼ ਇਹ ਹੈ ਕਿ ਰਾਜਨੀਤੀਵਾਨ ਜਿਹੜਾ ਲੋਕਾਂ ਕੋਲੋਂ ਤਾਕਤ ਲੈ ਕੇ ਆਉਂਦਾ, ਉਹਨੂੰ ਲੋਕਾਂ ਦੀ ਖਿਲਾਫ ਵਰਤਦਾ। ਇੰਜ ਕਿਉਂ ਹੁੰਦਾ?
ਇਹ ਅਕਸਰ ਜਿਹੜੀ ਲੋਕਤੰਤਰ ਦੀ ਸਭ ਤੋਂ ਕਮਜ਼ੋਰ ਕੜੀ ਹੈ ਉਹ ਬਣਾ ਲਈ ਗਈ ਆ ਸੱਤਾ। ਮੈਂ ਮਨਪ੍ਰੀਤ ਜੀ ਤੁਹਾਡਾ ਧੰਨਵਾਦ ਕਰਦਾ ਹਾਂ। ਔਰ ਦੋਸਤੋ, ਅਸੀਂ ਅਕਸਰ ਯਤਨ ਕਰਦੇ ਹਾਂ ਕਿ ਕੋਈ ਸਕਾਰਾਤਮਕ ਨਿਊਜ਼ ਲੈ ਕੇ ਆਈਏ, ਕੋਈ ਨਾ ਕੋਈ ਖੁਸ਼ਨੁਮਾ ਪਹਿਲੂ ਰੱਖੀਏ, ਲੇਕਿਨ ਅਫਸੋਸ ਹਰ ਦਿਨ ਸਵੇਰ ਚੜੀ ਜਾਂ ਹਰ ਸ਼ਾਮ ਇੰਜ ਲੱਗਦੀ ਹੈ ਜਿਵੇਂ ਹਰ ਪਾਸੇ ਕੁਝ ਨਾ ਕੁਝ ਐਸਾ ਵਾਪਰ ਰਿਹਾ ਜਿਹਨੂੰ ਟੱਚ ਨਹੀਂ ਕਰਦੇ, ਆਪਣੀ ਜ਼ਿੰਮੇਵਾਰੀ ਤੋਂ ਦੌੜਦੇ ਹੋਏ ਲੱਗਦੇ ਆ। ਲੇਕਿਨ ਇਸ ਆਸ ਉਮੀਦ ਨਾਲ ਕਿ ਹਰ ਦਿਨ ਕੁਛ ਨਾ ਕੁਛ ਐਸਾ ਨਵਾਂ ਹੋਵੇ, ਚੰਗਾ ਹੋਵੇ, ਜਿਹਦਾ ਜ਼ਿਕਰ ਛੇੜੇ ਬਿਨਾ ਸਾਡੀ ਜਿਹੜੀ ਆਪਣੀ ਜ਼ਿੰਮੇਵਾਰੀ ਪੂਰੀ ਨਾ ਹੋਵੇ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਰੰਧਾਵਾ ਜੀ।